ਜਿਹੜੀ ਮੁੱਖ ਗੱਲ ਦਾ ਸਾਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਹਨ ਉੱਤਮ ਸ਼ਲੋਕ ਸਾਧ ਕੇ ਬਚਨ। ਜਿਸ ਮਨੁੱਖ ਨੇ ਆਪਣੇ ਮਨ ਨੂੰ ਸੁਧਾਰਿਆ ਹੈ, ਔਰ ਮਨ ਸੁਧਰੇਗਾ ਕਿਵੇਂ? ਕਿਉਂਕਿ ਮਨ ਦੇ ਉੱਤੇ ਅਨੇਕਾਂ ਜਨਮਾਂ ਦੀ ਮੈਲ ਚੜ੍ਹੀ ਹੋਈ ਹੈ। ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖ ਸ਼ਬਦ ਬੋਲਦਾ ਹੈ, ਕਾਰ ਵਿਹਾਰ ਕਰਦਾ ਹੈ, ਸ਼ਾਇਦ ਕਾਰ ਵਿਹਾਰ ਕਰਦਿਆਂ ਉਹਨੂੰ ਇਹ ਨਜ਼ਰ ਨਹੀਂ ਆਉਂਦਾ ਮਨ ਦੇ ਉੱਤੇ ਮੈਲ ਵੀ ਹੈ। ਇਹ ਕਿਸੇ ਵਿਰਲੇ ਮਨੁੱਖ ਨੂੰ ਪਤਾ ਲੱਗਦਾ ਹੈ। ਅਸੀਂ ਕਹਿ ਸਕਦੇ ਹਾਂ ਜਿਗਿਆਸੂ ਨੂੰ ਪਤਾ ਲੱਗ ਜਾਂਦਾ ਹੈ, ਔਰ ਜਿਗਿਆਸੂ ਪਰਮੇਸ਼ਰ ਦੇ ਮਾਰਗ 'ਤੇ ਤੁਰਦਾ ਹੀ ਤਾਂ ਹੈ, ਉਸ ਨੂੰ ਪਤਾ ਲੱਗਦਾ ਮੇਰੇ ਅੰਦਰ ਕਮੀ ਹੈ, ਤਾਂ ਹੀ ਤਾਂ ਤੁਰੇਗਾ। ਪਰਮੇਸ਼ਰ ਦੇ ਮਾਰਗ ਵੱਲ ਉਹਨੇ ਗਤੀ ਕੀਤੀ, ਕਾਹਦੇ ਲਈ? ਮੇਰੇ ਅੰਦਰ ਕਮੀ ਹੈ। ਜਾਂ ਦੂਜੀ ਗੱਲ, ਉਸ ਨੂੰ ਇਹ ਪਤਾ ਲੱਗਿਆ ਜ਼ਿੰਦਗੀ ਵਿੱਚ ਜੋ ਹੁਣ ਤੇ ਮੈਂ ਕੀਤਾ ਹੈ ਉਹਦੇ ਨਾਲ ਤੇ ਮੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ ਬਣਿਆ। ਭਾਵੇਂ ਮਾਇਆ ਕਮਾਈ ਹੈ, ਭਾਵੇਂ ਰੋਜ਼ ਰੋਜ਼ ਪ੍ਰਸ਼ਾਦਾ ਛਕਿਆ ਹੈ, ਬੜੀਆਂ ਥਾਵਾਂ 'ਤੇ ਘੁੰਮ ਕੇ ਆਇਆ, ਉਹਨੂੰ ਇਹ ਪਤਾ ਲੱਗ ਗਿਆ ਜ਼ਿੰਦਗੀ ਵਿੱਚ ਆਨੰਦ ਤੇ ਨਹੀਂ ਬਣਿਆ। ਹੁਣ ਜ਼ਿੰਦਗੀ ਵਿੱਚ ਜੇ ਹੁਣ ਤੇ ਆਨੰਦ ਨਹੀਂ ਬਣਿਆ, ਫਿਰ ਆਨੰਦ ਖੋਜਣਾ ਪਏਗਾ। ਮਾਰਗੇ ਉੱਤਮ ਸ਼ਲੋਕ ਸਾਧ ਕੇ ਬਚਨ। ਜਿਸ ਮਨੁੱਖ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਜਿਸ ਦੇ ਮਨ ਦੇ ਅੰਦਰ ਸੰਕਲਪ ਤੇ ਵਿਕਲਪ ਹੁਣ ਨਹੀਂ ਉੱਠਦੇ, ਜੋ ਕੁਝ ਵੀ ਹੁੰਦਾ ਹੈ ਸਹਿਜੇ ਹੀ ਹੋ ਜਾਂਦਾ ਹੈ। ਮੈਂ ਥੋੜੀ ਜਿਹੀ ਬੇਨਤੀ ਸੰਕਲਪ ਤੇ ਵਿਕਲਪ ਤੇ ਕਰਾਂ। ਹਜੇ ਤਾਈਂ ਮਨ ਦੇ ਵਿੱਚ ਕਿਸੇ ਦੀ ਕੋਈ ਗੱਲ ਸੁਣੀ, ਆਪਣੇ ਪ੍ਰਤੀ ਡਰ ਆ ਜਾਂਦਾ ਹੈ। ਜਦੋਂ ਡਰ ਆਇਆ, ਫਿਰ ਉਹਦਾ ਕੋਈ ਨਾ ਕੋਈ ਰਿਐਕਸ਼ਨ, ਕੋਈ ਨਾ ਕੋਈ ਸੰਕਲਪ ਅੰਦਰ ਚੱਲਦਾ ਰਹਿੰਦਾ ਹੈ। ਜਦੋਂ ਵੀ ਮਨੁੱਖ ਕਿਸੇ ਦੀ ਗੱਲ ਸੁਣਦਾ, ਜੇ ਇਸ ਨੂੰ ਕੋਈ ਆ ਕੇ ਆਖੇ ਫਲਾਣਾ ਮਨੁੱਖ ਕਹਿੰਦਾ ਸੀ, ਮੈਂ ਇਸੇ ਉਸਦੇ ਕੰਮ ਨੂੰ ਬਰਬਾਦ ਕਰਾਂਗਾ, ਉਸ ਨੂੰ ਇਹ ਕਰਮ ਨਹੀਂ ਕਰਨ ਦਿਆਂਗਾ, ਆਹ ਵਾਲਾ ਨਹੀਂ ਕਰਨ, ਐਸੀਆਂ ਕਈ ਗੱਲਾਂ ਉਹਨੂੰ ਦੱਸ ਦਿੱਤੀਆਂ। ਜਦੋਂ ਹੀ ਇਹ ਗੱਲਾਂ ਮਨੁੱਖ ਨੂੰ ਪਤਾ ਲੱਗਦੀਆਂ ਨੇ, ਮਨ ਦੇ ਵਿੱਚ ਇੱਕਦਮ ਚਿੰਤਾ ਉਪਜਦੀ ਹੈ, ਅੱਛਾ ਇਵੇਂ ਹੋ ਜਾਏਗਾ। ਪਰ ਜਿਹੜਾ ਸਾਧੂ ਹੋ ਗਿਆ, ਉਹਦੇ ਮਨ ਦੇ ਵਿੱਚ ਇਹ ਚਿੰਤਾ ਨਹੀਂ ਰਹਿੰਦੀ। ਕਿਉਂ ਨਹੀਂ ਰਹਿੰਦੀ? ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਜੋ ਕੁਛ ਵੀ ਹੋਣਾ ਹੁਕਮ ਦੇ ਵਿੱਚ ਹੋਣਾ ਹੈ, ਜੋ ਵੀ ਹੋਣਾ ਹੁਕਮ ਦੇ ਵਿੱਚ ਹੋਣਾ ਹੈ, ਵਧੀਆ ਹੋਣਾ ਹੈ ਤੇ ਹੋ ਕੇ ਰਹਿਣਾ। ਇਹ ਗੱਲ ਨੋਟ ਕਰਨਾ, ਜੋ ਕੁਛ ਵੀ ਹੋਣਾ ਉਹ ਹੋ ਕੇ ਰਹਿਣਾ। ਪਰ ਉਹ ਕਰਨ ਵਾਲਾ ਕੋਈ ਮਨੁੱਖ ਨਹੀਂ, ਹੁਕਮ ਦੇ ਵਿੱਚ ਹੋਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋਣਾ। ਮਹਾਰਾਜ ਕਹਿੰਦੇ ਉੱਤਮ ਸ਼ਲੋਕ ਸਾਧ ਕੇ ਬਚਨ। ਹੁਣ ਜੋ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਗਿਆ, ਇਹਨਾਂ ਵਿਚਾਰਾਂ ਤੋਂ ਉੱਚੇ ਉੱਠ ਗਿਆ, ਚਿੰਤਾ ਤੋਂ ਤੇ ਡਰ ਤੋਂ, ਫਿਰ ਉਹ ਵਿਅਕਤੀ ਜਿਹੜੇ ਬਚਨ ਕਰੇਗਾ, ਉਹ ਜਿਹੜੇ ਸ਼ਲੋਕ ਦੱਸੇਗਾ, ਬੜੇ ਉੱਤਮ ਹੋਣਗੇ। ਮਹਾਰਾਜ ਤੇ ਉਹਨਾਂ ਦੀ ਜਿਹੜੀ ਸਮਾਨਤਾ ਕਰਦੇ ਨੇ, ਉਹ ਕਰਦੇ ਨੇ ਅਮੁਲੀਕ ਲਾਲ ਇਹ ਰਤਨ। ਉਹਨਾਂ ਦੀ ਸਮਾਨਤਾ ਮਹਾਰਾਜ ਕਰਦੇ ਨੇ ਹੀਰਿਆਂ ਦੇ ਨਾਲ। ਕਹਿੰਦੇ ਉਹਦੇ ਜਿਹੜੇ ਵਚਨ ਨੇ ਇਹ ਅਮੋਲਕ ਰਤਨ ਨੇ। ਜੇ ਅਮੋਲਕ ਰਤਨ ਨੇ, ਦੇਖੋ ਬਚਨਾਂ ਦੇ ਵਿੱਚ, ਕਿਉਂਕਿ ਇਹਨਾਂ ਨੂੰ ਹੀਰਿਆਂ ਤੇ ਰਤਨਾਂ ਦੇ ਨਾਲ ਕਿਉਂ ਇਹਨਾਂ ਨੂੰ ਤਸ਼ਬੀਹ ਦਿੱਤੀ ਗਈ, ਕਾਰਨ ਹੈ ਇਹਦਾ। ਕਿਉਂਕਿ ਜਿਹੜੇ ਰਤਨ ਨੇ
ਉਹਨਾਂ ਦੀ ਵੈਲਿਊ ਸਾਨੂੰ ਪਤਾ ਦੁਨੀਆ 'ਚੋਂ ਕਿੰਨੇ ਮਹਿੰਗੇ ਨੇ। ਕਈ ਕਈ ਰਤਨ ਤੇ ਐਸੇ ਨੇ ਇੱਕੋ ਹੀ ਨੇ ਤੇ ਉਹਨਾਂ ਦੀ ਕੀਮਤ ਹੀ ਪਤਾ ਨਹੀਂ ਕਿੰਨੀ ਕੁ ਹੈ। ਇਸ ਕਰਕੇ ਜਿਹੜੇ ਸਾਧੂ ਦੇ ਬੋਲ ਨੇ ਉਹ ਵੀ ਅਮਲੀਕ ਲਾਲ ਇਹ ਰਤਨ, ਜਿਵੇਂ ਗੁਰੂ ਦੇ ਬੋਲ ਨੇ ਉਹ ਅਮਲੀਕ ਨੇ। ਇਹਨੂੰ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਕਿਹਾ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੇ ਜਿਹੜੇ ਬੋਲ ਨੇ ਉਹ ਰਤਨ ਜਵਾਹਰ ਨੇ। ਜੇ ਕਿਤੇ ਇੱਕ ਬੋਲ ਵੀ ਜ਼ਿੰਦਗੀ ਦੇ ਵਿੱਚ ਉਤਰ ਗਿਆ, ਇੱਕ ਬੋਲ ਜ਼ਿੰਦਗੀ ਨੂੰ ਬਦਲ ਦੇਵੇਗਾ। ਹੁਣ ਆਪ ਜੀ ਇੱਥੋਂ ਹੀ ਹਿਸਾਬ ਲਗਾਓਗੇ, ਸ਼ਬਦ ਅਸੀਂ ਵਰਤਿਆ ਜ਼ਿੰਦਗੀ ਬਦਲ ਜਾਏਗੀ। ਫਿਰ ਜ਼ਿੰਦਗੀ ਵਿੱਚ ਕੀ ਬਦਲ ਜਾਏਗਾ ਇਹ ਨੋਟ ਕਰੋ। ਜਦੋਂ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਉਸ ਦੀ ਜ਼ਿੰਦਗੀ ਵਿੱਚ ਕੀ ਬਦਲ ਜਾਂਦਾ ਹੈ। ਕਿਉਂਕਿ ਇੱਕ ਸਾਧੂ ਦੇ ਵੀ ਅੱਖਾਂ ਦੋ ਹੀ ਹੁੰਦੀਆਂ ਨੇ, ਦੋ ਹੀ ਆਮ ਮਨੁੱਖਾਂ ਦੀਆਂ ਹੁੰਦੀਆਂ ਨੇ। ਕੰਨ ਉਹਦੇ ਵੀ ਦੋ ਨੇ, ਸੰਸਾਰ ਦੇ ਵਿੱਚ ਲੋਕਾਂ ਦੇ ਵੀ ਦੋ ਨੇ। ਫਿਰ ਇੱਥੋਂ ਇੱਕ ਗੱਲ ਤੇ ਸਪਸ਼ਟ ਹੋ ਗਈ, ਸਰੀਰ ਦੇ ਵਿੱਚ ਤੇ ਸਮਾਨਤਾ ਹੈ ਔਰ ਸਮਝ ਦੇ ਵਿੱਚ ਸਮਾਨਤਾ ਨਹੀਂ। ਦੁਨੀਆ ਦੀ ਸਮਝ ਪੈਰਾਂ ਤੇ ਖਲੋਤੀ ਹੁੰਦੀ ਹੈ, ਸਾਧੂ ਦੀ ਸਮਝ ਸਿਰ ਤੋਂ ਉੱਤੇ ਗਈ ਹੁੰਦੀ ਹੈ। ਇਸ ਕਰਕੇ ਦੁਨੀਆ ਦੇ ਵਿੱਚ ਜੋ ਆਪਣੀ ਜ਼ਿੰਦਗੀ ਵਿੱਚ ਸਾਧੂ ਹੋ ਗਿਆ ਉਹਨੂੰ ਸਮਝਿਆ ਹੀ ਨਹੀਂ ਜਾਂਦਾ। ਜੋ ਆਪਣੀ ਜ਼ਿੰਦਗੀ ਵਿੱਚ ਸਾਧੂ ਹੋ ਗਿਆ, ਬੜੀ ਵਾਰੀ ਕਹਿੰਦਾ ਸਾਧੂ ਹੋਣਾ ਹੋਰ ਗੱਲ ਹੈ, ਬਣਨਾ ਹੋਰ ਗੱਲ ਹੈ। ਜਿਵੇਂ ਇੱਕ ਮਨੁੱਖ ਦੇ ਕੋਲ ਕੋਈ ਵਿਅਕਤੀ ਚੱਲ ਕੇ ਆਇਆ, ਕਹਿੰਦੇ ਮੈਂ ਸਾਧੂ ਬਣਨਾ ਚਾਹੁੰਦਾ। ਕਹਿੰਦੇ ਜੇ ਸਾਧੂ ਬਣਨਾ ਹੈ ਫਿਰ ਤੇ 15 ਮਿੰਟ ਲੱਗਣਗੇ। ਤੈਨੂੰ ਹੁਣੀ ਭਗਵੇ ਕੱਪੜੇ ਪਵਾ ਦਿੰਦੇ ਆ, ਭਗਵਾਂ ਵੇਸ ਪਵਾ ਦਿੰਦੇ ਆ, 15 ਮਿੰਟਾਂ ਦਾ ਕੰਮ ਹੈ, 20 ਦਾ। ਜਿਵੇਂ ਕੋਈ ਵੀ ਕੀਤਾ ਹੈ ਮਨੁੱਖ ਨੇ, ਜੇ ਇੰਜੀਨੀਅਰ ਬਣਨਾ ਹੈ, ਸਿਰਫ ਬਣਨਾ ਹੈ, ਉਹਦੇ ਲਈ ਇਹਨੂੰ 20 ਤੋਂ 25 ਮਿੰਟ ਲੱਗੇ ਹੋਣਗੇ। ਉਹਨਾਂ ਵਾਲੀ ਡਰੈਸ ਪਾਉਣੀ ਪਏਗੀ। ਜੇ ਇੰਜੀਨੀਅਰ ਹੋਣਾ ਹੈ ਫਿਰ ਪਤਾ ਨਹੀਂ ਕਿੰਨੀ ਪੜ੍ਹਾਈ ਲੱਗ ਜਾਏਗੀ, ਕਿੰਨਾ ਲੰਮਾ ਫਾਸਲਾ ਹੈ। ਇਵੇਂ ਡਾਕਟਰੀ ਦਾ ਹੈ, ਜੇ ਤੇ ਮਨੁੱਖ ਨੇ ਡਾਕਟਰ ਬਣਨਾ ਹੈ, ਉੱਤੋਂ ਉਹਦੇ ਵਾਲੇ ਵਸਤਰ ਪਾਉਣੇ ਨੇ, 20-25 ਮਿੰਟ ਲੱਗਣਗੇ। ਜੇ ਹੋਣਾ ਹੈ ਫਿਰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਡਾਕਟਰ ਫਿਰ ਵੀ ਨਹੀਂ ਬਣਿਆ ਜਾਂਦਾ। ਇਸ ਕਰਕੇ ਜੇ ਤੇ ਸਾਧੂ ਬਣਨਾ ਹੈ ਬਾਹਰੋਂ, ਫਿਰ ਤੇ 20 ਮਿੰਟਾਂ ਦਾ ਕੰਮ ਹੈ। ਜੇ ਸਾਧੂ ਹੋਣਾ ਹੈ, ਹੋ ਸਕਦਾ ਹੈ ਸਾਰੀ ਜ਼ਿੰਦਗੀ ਵੀ ਲੱਗ ਜਾਏ, ਫਿਰ ਵੀ ਨਾ ਬਣਿਆ ਜਾਏ। ਫਿਰ ਜਿਹੜੇ ਉਹਦੇ ਬਚਨ ਹੁੰਦੇ ਨੇ, ਉਹਨਾਂ ਬਚਨਾਂ ਤੇ ਜੇ ਕੋਈ ਚੱਲਦਾ ਹੈ, ਕਿਉਂਕਿ ਬਚਨਾਂ ਤੇ ਹਮੇਸ਼ਾ ਤੁਰਿਆ ਜਾਂਦਾ ਹੈ। ਔਰ ਇਸ ਕਰਕੇ ਗੁਰੂ ਦੇ ਬਚਨਾਂ ਤੇ, ਜਿਵੇਂ ਅਸੀਂ ਦੁਨੀਆ ਦੇ ਵਿੱਚ ਵੇਖਦੇ ਹਾਂ, ਕੋਈ ਟੀਚਰ ਸਾਨੂੰ ਪੜ੍ਹਾਈ ਕਰਾਉਂਦਾ ਹੈ, ਕੋਈ ਇਤਿਹਾਸ ਪੜ੍ਹਾਉਂਦਾ ਹੈ, ਕੋਈ ਸਾਇੰਸ ਪੜ੍ਹਾਉਂਦਾ ਹੈ, ਉਹਨਾਂ ਤੇ ਤਰਕ ਕੀਤੀ ਜਾ ਸਕਦੀ ਹੈ, ਇਹ ਕਿਉਂ। ਪਰ ਗੁਰੂ ਦੇ ਜਿਹੜੇ ਬਚਨ ਨੇ ਉਹ ਸਿੱਧੇ ਮੰਨੇ ਜਾਂਦੇ ਨੇ, ਉਹਨਾਂ ਤੇ ਤਰਕ ਨਹੀਂ ਕੀਤੀ ਜਾ ਸਕਦੀ। ਕਿਉਂਕਿ ਗੁਰੂ ਦੀ ਗੱਲ ਮਨੁੱਖ ਦੀ ਬੁੱਧੀ ਵਿੱਚ ਸਿੱਧੀ ਸਮਝ ਨਹੀਂ ਆ ਸਕਦੀ। ਗੁਰੂ ਦੀ ਦੱਸੀ ਹੋਈ ਗੱਲ ਨੂੰ, ਸਾਧੂ ਦੀ ਦੱਸੀ ਹੋਈ ਗੱਲ ਨੂੰ ਪਹਿਲਾਂ ਮੰਨਣਾ ਪੈਂਦਾ ਹੈ। ਜਦੋਂ ਉਹ ਮੰਨੀ ਜਾਏਗੀ, ਮੰਨਣ ਦਾ ਭਾਵ ਤੁਰਨਾ ਪੈਂਦਾ ਪਹਿਲਾਂ ਉਸ 'ਤੇ। ਜਿਵੇਂ ਗੁਰੂ ਸਾਹਿਬ ਜੀ ਸਾਨੂੰ ਬਾਣੀ ਵਿੱਚ ਕਹਿੰਦੇ ਨੇ, ਕਿੰਨੇ ਸ਼ਬਦ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖ ਤੇ ਪਹਿਲਾਂ ਤੁਰਨਾ ਪਵੇਗਾ, ਗਿਆਨ ਬਾਅਦ ਵਿੱਚ ਹੋਣਾ ਹੈ। ਇਹ ਮਤ ਜਾਣਨਾ ਵੀ ਪਹਿਲਾਂ ਗਿਆਨ ਹੋਏਗਾ ਫਿਰ ਗੁਰੂ ਦੀ ਮੱਤ ਤੇ ਤੁਰਾਂਗੇ, ਨਹੀਂ।
ਪਹਿਲਾਂ ਤੁਰਨਾ ਪਵੇਗਾ, ਗਿਆਨ ਬਾਅਦ ਵਿੱਚ ਹੋਵੇਗਾ। ਸਾਇੰਸ ਦਾ ਤੇ ਧਰਮ ਦਾ ਇੱਕੋ ਹੀ ਫਰਕ ਹੈ, ਵਿਗਿਆਨ ਤੇ ਧਰਮ ਇੱਥੋਂ ਹੀ ਖੜੇ ਨੇ। ਵਿਗਿਆਨ ਦੇ ਵਿੱਚ ਪਹਿਲਾਂ ਗਿਆਨ ਹੁੰਦਾ ਹੈ, ਪਹਿਲਾਂ ਸਮਝ ਆਉਂਦੀ ਹੈ, ਉਹਨੂੰ ਵੇਖ ਲਿਆ ਜਾਂਦਾ ਹੈ, ਪਰਖਿਆ ਜਾਂਦਾ ਹੈ। ਪਰ ਧਰਮ ਦੀ ਦੁਨੀਆ ਵਿੱਚ ਪਹਿਲਾਂ ਵਿਸ਼ਵਾਸ ਕਰਕੇ ਤੁਰਨਾ ਪੈਂਦਾ ਹੈ, ਉਸ ਤੋਂ ਬਾਅਦ ਉਹ 'ਤੇ ਵਿਸ਼ਵਾਸ ਹੁੰਦਾ ਹੈ। ਉੱਥੇ ਪਹਿਲਾਂ ਵੇਖਿਆ ਪਰਖਿਆ ਜਾਂਦਾ ਹੈ, ਫਿਰ ਮਨੁੱਖ ਤੁਰਦਾ ਹੈ। ਬਾਹਰ ਦੀ ਦੁਨੀਆ ਦਾ ਤੇ ਅੰਦਰ ਦੀ ਦੁਨੀਆ ਦਾ ਇਹੀਓ ਫਰਕ ਹੈ। ਜਿਵੇਂ ਅਸੀਂ ਇੱਥੋਂ ਕਿਤੇ ਵੀ ਜਾਣਾ ਹੈ, ਪਹਿਲਾਂ ਰਸਤੇ ਨੂੰ ਪੂਰੀ ਤਰ੍ਹਾਂ ਵਾਚ ਲਵਾਂਗੇ, ਹਰ ਚੀਜ਼ ਬਾਰੇ ਗਿਆਨ ਪ੍ਰਾਪਤ ਕਰਾਂਗੇ, ਫਿਰ ਅਸੀਂ ਰਸਤੇ 'ਤੇ ਤੁਰਦੇ ਹਾਂ। ਪਰ ਪਰਮਾਤਮਾ ਦੇ ਮਾਰਗ 'ਤੇ ਇਵੇਂ ਨਹੀਂ, ਉਸ 'ਤੇ ਪਹਿਲਾਂ ਤੁਰਨਾ ਪੈਂਦਾ ਹੈ। ਅੱਜ ਗੁਰੂ ਜੀ ਕਹਿੰਦੇ ਨੇ ਜਪ ਕਰ, ਜਪ ਕਰਨਾ ਪਵੇਗਾ। ਹੁਣ ਇੱਥੋਂ ਜੇ ਕੋਈ ਸਵਾਲ ਕਰੇ ਕਿਹਦਾ ਜਪ ਕਰਾਂ, ਵੇਖਦਾ ਤੇ ਕੋਈ ਹੈ ਨਹੀਂ, ਕਿਹਨੂੰ ਕਹਾਂ ਵਾਹਿਗੁਰੂ, ਕਿਹਨੂੰ ਕਹਾਂ ਸਤਨਾਮ, ਨਹੀਂ ਐਵੇਂ ਕਿਹਾ ਜਾ ਸਕਦਾ। ਇਹ ਵਿਗਿਆਨੀ ਦੀ ਗੱਲ ਹੈ, ਤਰਕ ਦੀ ਗੱਲ ਹੈ। ਇੱਥੇ ਪਹਿਲਾਂ ਤੁਰਨਾ ਪਵੇਗਾ। ਜਦੋਂ ਤਾਈਂ ਤੁਰੇਗਾ ਨਹੀਂ, ਵਿਸ਼ਵਾਸ ਆਏਗਾ ਵੀ ਨਹੀਂ। ਇਸ ਕਰਕੇ ਬਹਿਸ਼ਤਰ ਦੁਨੀਆ ਜਿਹੜੀ ਕਹਿੰਦੀ ਹੈ ਸਾਨੂੰ ਰੱਬ 'ਤੇ ਵਿਸ਼ਵਾਸ ਹੈ, ਅੱਧੇ ਘੰਟੇ 'ਚ ਵਿਸ਼ਵਾਸ ਟੁੱਟ ਜਾਂਦਾ ਹੈ। ਜੇ ਤੇ ਪਰਮਾਤਮਾ ਕੁਛ ਦੇਈ ਜਾਵੇ ਫਿਰ ਤੇ ਵਿਸ਼ਵਾਸ ਹੈ। ਜੇ ਕੋਈ ਚੀਜ਼ ਖੋਹ ਲਵੇ ਟੁੱਟ ਜਾਂਦਾ, ਬਸ ਇੰਨਾ ਕੁ ਵਿਸ਼ਵਾਸ ਹੈ ਮੈਨੂੰ ਦਾ, ਇਹ ਤੋਂ ਵੱਡਾ ਨਹੀਂ। ਉੱਤਮ ਸ਼ਲੋਕ ਸਾਧ ਕੇ ਵਚਨ, ਅਮੋਲੀਕ ਲਾਲ ਇਹ ਰਤਨ। ਅੱਗੇ ਮਹਾਰਾਜ ਨੇ ਬਚਨ ਤੇ ਉਹਦੇ ਰਤਨਾਂ ਵਰਗੇ ਨੇ, ਹੀਰਿਆਂ ਵਰਗੇ ਨੇ, ਪਰ ਗੱਲ ਹੈ ਕਮਾਉਣ ਦੀ। ਉਹਨੂੰ ਕਮਾਉਂਦਾ ਕੌਣ ਹੈ? ਜਿਵੇਂ ਕਿਸੇ ਦੇ ਖੇਤ ਦੇ ਵਿੱਚ ਕਿਸੇ ਦਾ ਪਿਤਾ ਸੋਨਾ ਦੱਬ ਕੇ ਚਲਾ ਜਾਏ ਤੇ ਆਪਣੇ ਬੱਚਿਆਂ ਨੂੰ ਕਹੇ ਖੇਤ ਦੇ ਵਿੱਚ ਸੋਨਾ ਦੱਬਿਆ ਤੇ ਕੱਢ ਲਿਓ, ਫਲਾਣੀ ਫਲਾਣੀ ਜਗ੍ਹਾ ਦੱਬਿਆ, ਪੂਰਾ ਐਡਰੈਸ ਦੱਸਿਆ, ਚਲੋ ਠੀਕ ਕੱਢ ਲਵਾਂਗੇ। ਉਹ ਚਲਾ ਜਾਂਦਾ ਹੈ, ਬੱਚੇ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਮੈਂ ਖੇਤ ਵਿੱਚੋਂ ਜਾ ਕੇ ਕੱਢ ਲਵਾਂ, ਆਲਸ, ਨਹੀਂ ਕੱਢਿਆ। ਉਮਰ ਗਰੀਬੀ ਵਿੱਚ ਹੀ ਨਿਕਲਦੀ ਜਾਂਦੀ ਹੈ, ਦਲਿੱਦਰ ਵਿੱਚ ਹੀ ਨਿਕਲਦੀ ਜਾਂਦੀ ਹੈ। ਇਸੇ ਕਰਕੇ ਜਦੋਂ ਤੇ ਬੱਚਾ ਜਾ ਕੇ ਖੇਤ ਵਿੱਚੋਂ ਕੱਢੇਗਾ ਨਹੀਂ, ਗਰੀਬੀ ਖਤਮ ਹੋਣੀ ਨਹੀਂ। ਗਰੀਬੀ ਦਾ ਮਤਲਬ ਕੋਈ ਬਾਹਰੀ ਗਰੀਬੀ ਨਹੀਂ ਹੈ। ਬਾਹਰੀ ਤੌਰ 'ਤੇ ਅਸੀਂ ਵੇਖਦੇ ਹਾਂ ਕਿਸੇ ਬੰਦੇ ਕੋਲ ਥੋੜ੍ਹੀ ਰੋਟੀ ਹੈ, ਕਿਸੇ ਕੋਲ ਜ਼ਿਆਦਾ, ਜ਼ਿੰਦਗੀ ਸਾਰਿਆਂ ਦੀ ਚੱਲਦੀ ਹੈ। ਇਵੇਂ ਰਾਤ ਦੇ 12 ਘੰਟੇ ਨਿਕਲੇ ਨੇ ਨਾ, ਹੁਣ ਪਿੱਛੋਂ ਜਿਹੜਾ ਕੋਈ 9 ਵਜੇ ਸੁੱਤਾ ਹੈ, 10 ਵਜੇ ਸੁੱਤਾ ਹੈ, ਭਾਵੇਂ ਪ੍ਰਸ਼ਾਦਾ ਕਿਹੋ ਜਿਹਾ ਵੀ ਛੱਕ ਕੇ ਸੁੱਤਾ, ਨੀਂਦਰ ਸਾਰਿਆਂ ਨੂੰ ਆ ਗਈ। ਚਿੰਤਾ ਕਰ ਸਕਦਾ, ਨੀਂਦਰ ਵਿੱਚ ਤੇ ਸਾਰੇ ਹੀ ਬਰਾਬਰ ਕਰ ਦਿੰਦਾ ਹੈ ਪਰਮਾਤਮਾ। ਉੱਠ ਕੇ ਹੁਣ ਗੁਰਦੁਆਰੇ ਆ ਗਏ, ਇੱਥੇ ਆ ਕੇ ਫਿਰ ਸਾਰੇ ਬਰਾਬਰ। ਮਨੁੱਖ ਨੇ ਆਪਣੇ ਨਾਲ ਇੱਕ ਇਮੇਜ ਜੋੜ ਲੈਂਦਾ, ਤਾਂ ਕਰਕੇ ਦੁਨੀਆ ਤੋਂ ਅਲੱਗ ਬਣਦਾ, ਨਹੀਂ ਅਲੱਗ ਕੋਈ ਨਹੀਂ ਹੈ ਕਿਸੇ ਤੋਂ। ਸੋ ਗਰੀਬੀ ਦਾ ਮਤਲਬ ਕਿਤੇ ਬਾਹਰ ਦੀ ਗਰੀਬੀ ਨਹੀਂ, ਗਰੀਬੀ ਦਾ ਮਤਲਬ ਆਪਣੇ ਅੰਤਰੀਵ ਭਾਵ ਦੇ ਅੰਦਰ ਵਿਕਾਰਾਂ ਦਾ ਤਾਂਤਾ ਲੱਗਿਆ ਰਹਿਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜ਼ਿੰਦਗੀ ਨੂੰ ਤੜਫਾਈ ਰੱਖਣਾ। ਕਦੇ ਕਿਸੇ ਡਰ ਦਾ ਉਪਜ ਜਾਣਾ, ਕਦੇ ਕਿਸੇ ਚਿੰਤਾ ਦਾ ਉਪਜ ਜਾਣਾ, ਇਹ ਸਭ ਤੋਂ ਵੱਡੀ ਗਰੀਬੀ ਹੈ। ਦੂਜੀ ਗਰੀਬੀ ਤੇ ਇੱਕ ਨਿਸ਼ਚਿਤ ਸਮੇਂ ਲਈ ਆਉਂਦੀ ਹੈ। ਕੋਈ ਸਾਲ ਗਰੀਬੀ ਵਿੱਚ ਕੱਢ ਲਏਗਾ, ਕੋਈ 2 ਸਾਲ ਗਰੀਬੀ ਵਿੱਚ ਕੱਢ ਲਏਗਾ, ਉਹਦਾ ਇੱਕ ਸਮਾਂ ਹੈ। ਪਰ ਜਿਹੜੀ ਇਹ ਅੰਤਰੀਵੀ ਆਤਮਿਕ ਗਰੀਬੀ ਹੈ, ਇਹ ਤੇ ਬਚਪਨ ਤੋਂ ਸ਼ੁਰੂ ਹੁੰਦੀ ਹੈ। ਹੋ ਸਕਦਾ ਸਾਰੀ ਉਮਰ ਹੀ ਚੱਲ ਜਾਏ, ਸਾਰੀ ਉਮਰ ਹੀ ਡਰਾਂ ਵਿੱਚ ਨਿਕਲ ਜਾਏ, ਸਾਰੀ ਉਮਰ ਹੀ ਚਿੰਤਾ ਵਿੱਚ ਨਿਕਲ ਜਾਏ। ਤਾਂ ਹੀ ਕਰਕੇ ਮੈਨੂੰ ਫਿਰਦੋਸ਼ੀ ਦੀ ਘਟਨਾ ਬੜੀ ਚੇਤੇ ਆਉਂਦੀ ਹੈ। ਤੇ ਫਿਰਦੋਸ਼ੀ ਨੂੰ ਰਾਜੇ ਨੇ ਬੁਲਾਇਆ, ਇਹਨੇ ਫਿਰਦੋਸ਼ੀ ਇਹ ਦੱਸ, ਦੁਨੀਆ ਦੇ ਉੱਤੇ ਜਿੰਨੇ ਵੀ ਸਿਆਣੇ ਸਿਆਣੇ ਲੋਕ ਹੋਏ ਨੇ, ਉਹਨਾਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੇ ਕਿਵੇਂ ਗੁਜ਼ਾਰੀ ਹੈ, ਉਹਨਾਂ ਦਾ ਇਤਿਹਾਸ ਲਿਖ ਕੇ ਮੈਨੂੰ ਦੇ। ਉਹਨਾਂ ਲਿਖ ਕੇ ਦੇ ਦਿੰਦੇ ਆ, ਕੋਈ ਵੱਡੀ ਗੱਲ ਨਹੀਂ। ਕਹਿੰਦਾ ਰਾਜਾ ਮੈਂ ਇਤਿਹਾਸ 'ਤੇ ਲਿਖ ਕੇ ਦੇ ਦੇਵਾਂਗਾ, ਤੇਰੇ ਤੋਂ ਪੜ੍ਹਿਆ ਨਹੀਂ ਜਾਣਾ।
ਅੰਨ੍ਹੇ ਮੈਨੂੰ ਲੱਗੇ। ਉਹਨੇ 10 ਕਿਤਾਬਾਂ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਇਨਸਾਨ ਕਿਵੇਂ ਕਿਵੇਂ ਉਹਨਾਂ ਦੀ ਜ਼ਿੰਦਗੀ ਗੁਜ਼ਰੀ, ਕਿਉਂਕਿ ਅਸੀਂ ਜ਼ਿੰਦਗੀ ਦੀ ਸੇਧ ਤੇ ਉਹਨਾਂ ਤੋਂ ਹੀ ਲੈਂਦੇ ਆ ਨਾ ਜਿਹੜੇ ਸਾਡੇ ਤੋਂ ਪਹਿਲਾਂ ਹੋ ਕੇ ਗਏ ਨੇ। ਜਿਵੇਂ ਕੋਈ ਵੀ ਆਫਿਸਰ ਹੈ ਕਿਸੇ ਨੌਕਰੀ ਤੇ ਲੱਗੇਗਾ, ਜਿਹਨੇ ਐਕਸਪੀਰੀਅੰਸ ਲੈਣਾ ਉੱਤੋਂ ਲੈਣਾ ਨਾ ਜਿਹੜੇ ਉੱਤੋਂ ਪਹਿਲਾਂ ਹੋ ਕੇ ਚਲੇ ਗਏ ਨੇ। ਇਹ ਦੁਨੀਆ ਤੇ ਵੀ ਅਸੀਂ ਵੇਖਦੇ ਹਾਂ, ਜਿਹੜੀਆਂ ਗਲਤੀਆਂ ਮਨੁੱਖ ਨੇ ਪਹਿਲਾਂ ਕੀਤੀਆਂ ਦੂਜਿਆਂ ਨੇ ਕੀਤੀਆਂ ਨੇ, ਉਹਨਾਂ ਨੂੰ ਸਮਝ ਲਏ, ਫਿਰ ਆਪਣੇ ਆਪ ਗਲਤੀ ਨਾ ਦੁਹਰਾਏ। ਦੁਨੀਆ ਦੇ ਵਿੱਚ ਮਨੁੱਖ ਨੇ ਸਿੱਖਿਆ ਲੈਣੀ ਹੈ, ਕਿੱਥੋਂ ਲੈਣੀ ਹੈ? ਜੋ ਦੁਨੀਆ ਦੇ ਵਿੱਚ ਇਨਸਾਨ ਹੋ ਕੇ ਚਲੇ ਗਏ ਨੇ ਪਹਿਲਾਂ, ਉਹਨਾਂ ਨੇ ਜ਼ਿੰਦਗੀ ਵਿੱਚ ਕੀ ਗਲਤੀ ਕੀਤੀ, ਕਿਵੇਂ ਉਹਨਾਂ ਦੀ ਜ਼ਿੰਦਗੀ ਗੁਜ਼ਰੀ ਤੇ ਹੁਣ ਕਿੱਥੇ ਨੇ। ਇੱਥੋਂ ਹੀ ਪਤਾ ਲੱਗੇਗਾ ਨਾ ਜ਼ਿੰਦਗੀ ਦਾ। ਜੋ ਸਾਡੇ ਤੋਂ ਪਹਿਲਾਂ ਗਏ ਨੇ, ਜਿਵੇਂ ਜਿਹਨੇ ਬਲਬ ਬਣਾਇਆ ਸੀ ਨਾ, ਇਹ ਐਡੀਸਨ ਨੇ, ਸ਼ਾਇਦ ਉਹਨੇ ਬਲਬ ਬਣਾਇਆ, 1000 ਵਾਰੀ ਉਹ ਫੇਲ ਹੋ ਗਿਆ ਬਲਬ ਬਣਾਉਂਦਾ। ਉਹਨੇ 1000 ਦੇ 1000 ਵਾਰੀ ਆਪਣੀ ਕਾਪੀ ਤੇ ਲਿਖਿਆ ਮੈਂ ਇਸ ਕਾਰਨ ਕਰਕੇ ਫੇਲ ਹੋਇਆ, ਇਸ ਕਾਰਨ ਕਰਕੇ। ਉਸ ਨੂੰ ਇੱਕ ਮਨੁੱਖ ਕਹਿਣ ਲੱਗਿਆ ਜਿਸ ਨੇ ਬਲਬ ਬਣਾਇਆ ਸੀ, ਕਹਿੰਦੇ ਜਿਹੜਾ ਤੂੰ 1000 ਵਾਰੀ ਲਿਖਿਆ ਹੈ ਇਹਦੇ ਤੇਰਾ ਖਰਾਬ ਹੀ ਚਲਾ ਗਿਆ। ਕਹਿੰਦੇ ਕਿਉਂ? ਇਹਨੂੰ ਕਿਹਨੇ ਪੜ੍ਹਨਾ? ਨਹੀਂ, ਤੂੰ ਗਲਤ ਕਹਿ ਰਿਹਾ। ਕਹਿੰਦੇ ਜੋ ਮੈਂ ਇਹ ਲਿਖਿਆ ਇਹ ਖਰਾਬ ਨਹੀਂ ਗਿਆ। ਜਿਹਨੇ ਦੁਨੀਆ ਵਿੱਚ ਨਵਾਂ ਬਲਬ ਬਣਾਉਣਾ ਹੈ, ਪਹਿਲਾਂ ਮੇਰੇ 1000 ਵਾਰੀ ਉਹਨੇ ਇਹ ਪੜ੍ਹਨੇ ਪੈਣਗੇ ਕਿ ਮੈਂ ਕਿਹੜੀਆਂ ਗੱਲਾਂ ਕਰਕੇ ਫੇਲ ਹੋਣਾ ਸੀ, ਤਾਂ ਹੀ ਤਾਂ ਨਵਾਂ ਬਣਾਏਗਾ ਮੇਰੇ ਤੋਂ। ਇਸ ਕਰਕੇ ਦੁਨੀਆ ਦੇ ਵਿੱਚ ਅਸੀਂ ਭਗਤਾਂ ਦੀ ਜ਼ਿੰਦਗੀ ਕਿਉਂ ਪੜ੍ਹਦੇ ਹਾਂ? ਭਗਤਾਂ ਦੀ ਜ਼ਿੰਦਗੀ 'ਚ ਆਨੰਦ ਕਿਉਂ ਸੀ, ਕਾਰਨ ਕੀ ਸੀ, ਤਾਂ ਪੜ੍ਹਦੇ ਹਾਂ। ਕਿਉਂ ਕਥਾ ਸੁਣਦੇ ਹਾਂ ਉਹਨਾਂ ਦੀ? ਇਸ ਕਰਕੇ ਸੁਣਦੇ ਹਾਂ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਜ਼ਿੰਦਗੀ ਕਿਵੇਂ ਗੁਜ਼ਾਰੀ, ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਕੀ ਆਏ ਤੇ ਉਹਨਾਂ ਦੁੱਖਾਂ ਦਾ ਉਹਨਾਂ ਨੇ ਸਾਹਮਣਾ ਕਿਵੇਂ ਕੀਤਾ। ਇਹ ਸਿੱਖਿਆ ਮਿਲਦੀ ਹੈ ਸਾਨੂੰ ਉਹਨਾਂ ਦੇ ਜੀਵਨ 'ਚੋਂ। ਗੁਰਬਾਣੀ ਨੂੰ ਤਾਂ ਹੀ ਪੜ੍ਹਦੇ ਹਾਂ, ਅੱਜ ਤੋਂ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਹੋ ਕੇ ਗਏ ਨੇ ਉਹਨਾਂ ਜ਼ਿੰਦਗੀ ਦੇ ਵਿੱਚ ਕੀ ਨੁਕਸਾਨ ਕੀਤਾ ਤੇ ਅੱਜ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਫਾਇਦਾ ਕੀ ਕਰਕੇ ਜਾਏਗਾ। ਇਹ ਉਹਨੂੰ ਸਮਝ ਲੱਗਣੀ ਚਾਹੀਦੀ ਹੈ, ਤਾਂ ਹੀ ਉਹ ਪੜ੍ਹੇਗਾ। ਇਸ ਕਰਕੇ ਉਹਨੇ ਫਿਰਦੌਸੀ ਕਹਿੰਦਾ 100 ਕਿਤਾਬਾਂ ਦੇ 10 ਕਿਤਾਬਾਂ ਦੇ ਵਿੱਚ ਮੈਂ ਇਤਿਹਾਸ ਲਿਖ ਦਿੱਤਾ। ਰਾਜੇ ਕੋਲ ਲੈ ਕੇ ਗਿਆ, ਰਾਜੇ ਨੂੰ ਕਹਿੰਦਾ ਰਾਜਾ ਲੋ ਇਤਿਹਾਸ ਆ ਗਿਆ। ਇਹ ਕਮਲਾ ਹੋ ਗਿਆ, ਮੈਂ ਰਾਜਾ, 10 ਕਿਤਾਬਾਂ ਪੜ੍ਹਨ ਦਾ ਮੇਰੇ ਕੋਲ ਟਾਈਮ ਹੈ, 6 ਕਿਤਾਬਾਂ 'ਚ ਬਣਾ ਕੇ ਲਿਆ। ਫਿਰ ਚਲਾ ਗਿਆ ਵਿਚਾਰਾ, 6 ਕਿਤਾਬਾਂ ਵਿੱਚ ਬਣਾ ਕੇ। ਕਹਿੰਦਾ ਨਹੀਂ, ਇਹ ਵੀ ਟਾਈਮ ਨਹੀਂ ਹੈ, ਇੱਕ ਕਿਤਾਬ ਵਿੱਚ ਬਣਾ ਕੇ ਲਿਆ। ਇੱਕ ਵਿੱਚ ਬਣਾ ਕੇ ਲਿਆ ਰਾਜੇ ਨੇ, ਉਹ ਵੀ ਪੜ੍ਹਨ ਦਾ ਟਾਈਮ ਨਹੀਂ ਲੱਗਿਆ। ਹੁਣ ਉਹ ਕਹਿੰਦਾ ਰਾਜਾ ਹੁਣ ਇੱਥੋਂ ਥੱਲੇ ਤੇ ਮੈਂ ਨਹੀਂ ਜਾਣਾ, ਮੈਂ ਤੇਰੀ ਨੌਕਰੀ ਛੱਡ ਦਿੰਦਾ। ਨੌਕਰੀ ਛੱਡ ਕੇ ਚਲਾ ਗਿਆ। ਰਾਜਾ ਮਰਨ ਦੀ ਕਗਾਰ ਤੇ ਪਹੁੰਚ ਗਿਆ। ਇਹਦੇ ਉਹਨੂੰ ਬੁਲਾਇਆ ਗਿਆ। ਰਾਜਾ ਕਹਿੰਦਾ ਮੇਰੀ ਦਿਲ ਦੇ ਵਿੱਚ ਬੜੀ ਇੱਛਾ ਸੀ, ਮੈਂ ਦੁਨੀਆ ਦਾ ਇਤਿਹਾਸ ਸੁਣਦਾ, ਦੁਨੀਆ ਦੇ ਵਿੱਚ ਲੋਕੀ ਕੀ ਕਰਕੇ ਗਏ ਨੇ, ਜਾਣਾ ਸਭ ਨੇ ਹੈ, ਕਿਵੇਂ ਜ਼ਿੰਦਗੀ ਗੁਜ਼ਾਰ ਕੇ ਗਏ ਨੇ, ਮੇਰਾ ਬੜਾ ਸ਼ੌਂਕ ਸੀ ਵੀ ਮੈਂ ਇਹਨੂੰ ਸੁਣਾ। ਕਹਿੰਦਾ ਰਾਜਾ ਤੈਨੂੰ 10 ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਇੱਕੋ ਲਾਈਨ ਵਿੱਚ ਦੱਸ ਦੇਣਾ ਦੁਨੀਆ ਦੇ ਵਿੱਚ ਕੀ ਕਰਕੇ ਗਏ ਨੇ ਲੋਕੀ, ਕੀ ਕਰਕੇ ਗਏ ਨੇ। ਲੋਕੀ ਰੋਂਦੇ ਹੋਏ ਦੁਨੀਆ 'ਤੇ ਆਏ ਨੇ, ਰੋਂਦੇ ਹੋਏ ਜ਼ਿੰਦਗੀ ਗੁਜ਼ਾਰੀ ਹੈ, ਰੋਂਦੇ ਹੋਏ ਜ਼ਿੰਦਗੀ ਤੋਂ ਚਲੇ ਜਾਂਦੇ। ਕਿਹੜਾ ਜਿਹੜਾ ਜ਼ਿੰਦਗੀ 'ਚ ਹੱਸ ਕੇ ਜਿਉਂਦਾ ਹੈ? ਹਰੇਕ ਵਿਅਕਤੀ ਕਿਸੇ ਨਾ ਕਿਸੇ ਚਿੰਤਾ ਵਿੱਚ ਹੈ। ਉਹ ਚਿੰਤਾ ਅਧਿਆਤਮਿਕ ਵੀ ਹੋ ਸਕਦੀ ਹੈ, ਉਹ ਚਿੰਤਾ ਸਮਾਜਿਕ ਵੀ ਹੋ ਸਕਦੀ ਹੈ, ਤੇ ਉਹ ਜਿਹੜੀ ਚਿੰਤਾ ਹੈ ਆਰਥਿਕ ਵੀ ਹੋ ਸਕਦੀ ਹੈ। ਹਰੇਕ ਵਿਅਕਤੀ ਦੀ ਕੋਈ ਨਾ ਕੋਈ ਚਿੰਤਾ ਹੈ, ਕੋਈ ਨਾ ਕੋਈ ਸਮੱਸਿਆ ਹੈ। ਹਰੇਕ ਵਿਅਕਤੀ ਸਮੱਸਿਆ ਵਿੱਚ ਜੀ ਰਿਹਾ ਹੈ ਬਾਹਰੀ ਤੌਰ ਤੇ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਦੁਨੀਆ ਦੇ ਵਿੱਚ ਜਿਹੜੀ ਆਰਥਿਕਤਾ ਦੀ ਸਮੱਸਿਆ ਇਹ ਸਭ ਨੂੰ ਆ ਜਾਂਦੀ ਹੈ। ਵੱਡੀਆਂ ਵੱਡੀਆਂ ਕੰਪਨੀਆਂ ਨੇ ਥੱਲੇ ਵੀ ਡਿੱਗ ਜਾਂਦੀਆਂ ਨੇ, ਉੱਚੇ ਵੀ ਉੱਠ ਜਾਂਦੀਆਂ ਨੇ।
जे मनुख परमात्मा की बंदगी करता है, जो कहे भी मैं परमात्मा की बंदगी करके तो मेरी जिंदगी में कदे नुकसान ही नहीं होएगा, एवं परमात्मा को जिंदगी में नहीं समझना चाहिए। फिर परमात्मा तो विश्वास बड़ी छेती टुट जाएगा, क्योंकि असी परमात्मा को नौकर नहीं बनाना, मालक समझना है। उस अगे बेनती ते अरदास ये तो कर सकते हैं, परमात्मा तेरी रजा है, जिमें चलाएगा चलना पएगा। ठीक है, अगर तू मेरी जिंदगी दे विच कोई बहुता ही दुख है, मैं तेरे अगे बेनती कर सकदा, अरदास कर सकदा, गल इन्नी है। उस अगे अरदास ते बेनती की जा सकती है। परमात्मा किसी का नौकर नहीं है। जिहड़ी गल असीं परमात्मा नूं कहांगे, कोई छोटा थोड़ी ना साडे तो वड्डा है। हरेक गल नूं मनना जिहड़ा साडे तो छोटा होए ना, उहदा फर्ज हुंदा। असीं कहंदे तूं वड्डे दी गल क्यों नहीं मनदा। जिहड़ा छोटा होए उहदे ते हुक्म चलदा है। गुरु ते परमात्मा साडे तो छोटे नहीं, वड्डे ने। इस करके इन्हां दे अगे हुक्म नहीं हुंदा, अरदास हुंदी है। ते अरदास जिहदे अगे करिए, बेनती जिहदे अगे करिए, फिर उहदी मर्जी हुंदी है, वह मन्ने भावें ना मन्ने। जे उहदी मर्जी होएगी ना, धक्का नहीं हुंदा उहदे नाल। उहदी मर्जी है, आप जी बेनती कर सकते हो, अरदास कर सकते हो उहदे अगे। हाँ, ये गल है, बाणी सुभाव मंदी है परमात्मा का, उसका सुभाव दयालु है, कृपालु है। गुरु का सुभाव दयालु है, कृपालु है। वह अरदास नूं मन लैंदा है। पर मनुख जिंदगी विच बार बार ही उहदियां, क्योंकि इच्छावां का एक प्रवाह है, ये कदे समाप्त होने वाला नहीं। जिंदगी विच बिना दुखों तो जिंदगी नहीं हुंदी। ये तो आउंदे रहिंदे, जिवें सागर हुंदा है ना, सागर बिना लहरां तो नहीं हुंदा। जिवें सागर दे अंदर लहरां उठदियां भी ने ते डिग भी जांदियां ने, उठदियां भी ने, डिग भी, कई बारी ते तूफान भी आ जांदे ने। जिंदगी भी इवें ही है, कदे दुख आउंदे ने, कदे सुख आउंदे ने, ये चलते रहिंदे ने। पर जदों मनुख का असल दे विच मनुख दुखी सुखी हुंदा क्यों है? जदों सुख हुंदे ने, उदों सुखां दे विच इहदी सुरत पूरी डिग जांदी है। सुखां दे विच डिगदे जिहड़े रस दा सुख आया, उहदे विच लीन हो जांदा मनुख। फिर इसनूं समझ नहीं रहिंदी, कौन परमात्मा, कौन गुरु, किहड़े वचन, कोई पता नहीं। फिर जदों दुख आउंदा है, फिर दुख विच लीन हो जाता है। फिर दिन रात चिंतावां, दिन रात परेशानियां। इस करके महाराज कहते जिहड़ा मनुख दुख नूं दुख नहीं समझदा, सुख नूं सुख नहीं समझदा, उसका जिंदगी विच बेड़ा पार हो जाता है। हुण ये गल कित्थों समझ आएगी? पहला गुरु के वचनों नूं मनना। इस करके जिंदगी विच गुरु के वचनों नूं मन्निया जाता है, समझिया जाता है, तो उन्होंने अपनी जिंदगी में लागू किया जाता है। जे वचन जिंदगी में लागू नहीं होए, दुखों का प्रवाह चलता रहना है। महाराज बाणी के शब्द कहते ने, दुख रोग संताप उतरे, सुनी सच्ची बाणी। महाराज ये भी बाणी में कहते हैं, इच्छा पूरक सर्व सुख दाता हर, जाके वस है काम तेना। इत्थों बाणी ये कहती है, सर्व सुख दाता हर, वो सारे सुखों का दाता है, सारी सुख। इसका मतलब वो मनुख को इन्ना ज्ञान दे दिंदा है, इन्नी समझ दे दिंदा है, वो जिंदगी में दुख को दुख नहीं समझता, सुख को सुख नहीं समझता। उन्होंने पता है जिंदगी में ये चीज़ां आउणियां होणियां। जिवें सड़क पर जाइए ना, किते सफ़र च जाइए, कई सड़कां, चलो भारत च रहने, ये उदाहरण लिया जा सकता है। कई सड़कां पक्कियां ने, कई कच्चियां ने, विच खड्डे भी आ जाते हैं। जिंदगी भी में कदे शरीर में दुख लग जाता है, कदे सुख लग जाता है। परिवार में भी इवें है, कदे दुख आ जाता है, कदे सुख आ जाता है, तो चलना चलना है। पर मनुख को चिंता कदों होंदी है? चिंता उन्होंने उदों होंदी है जदों उन्होंने खतरा पै जाता है, शायद मेरा अस्तित्व भी खतरे च है।
फिर चिंता होएगी मनुख ਨੂੰ। छोटिया मोटिया गल्लां ते मनुख चिंता नहीं करता। चिंता कदों होंदी है? चिंता होंदी है पता लग गया फलाना मनुख मैनूं शारीरिक तौर पर मारना चाहुंदा है। हुण मारन का मतलब की है? ये पता लग गया मेरे शरीर नूं खत्म करना चाहुंदा है। फिर मनुख नूं इस गल की चिंता 24 घंटे सताएगी। 24 घंटे मुड़ मुड़ के उस चीज़ का विचार, रोटी भी खाएगा उस चीज़ का विचार। किसी नाल गलबात करेगा 5-10 मिनट, लड़ी टुट जाएगी, फिर उत्थे ही जुड़ जाएगी। बार बार उस गल नूं याद करे जाएगा, बार बार उस गल। इवें कोई कर्म करता है, कोई नौकरी करता है, कोई बिजनेस करता है, पता लग जाए फलाना मेरी जिंदगी में फेल करना चाहता है, फिर बार बार ओदी फोटो ओदी विचार, ओदी फोटो ओदी विचार बार बार आउंदी रहेगी। पर जे गुरु की गल मान ली जाए, गुरु कहता ना जिंदगी विच निचिंत होके जी, ना तेनों कोई मार सकता है ना जीवा सकता है। किसी विच दुनिया विच इन्नी शक्ति नहीं है किसी नूं फेल कर सके, किसी नूं आबाद कर सके तो किसी नूं बर्बाद कर सके। इन्नी शक्ति परमात्मा ने किसी हाथ विच नहीं दी। उन्हें ये अपने हाथ विच रखी है। जन्म ते मरण भी उन्हें अपने हाथ विच रखिया है। जिसनों उहदे हुक्म की समझ आ गई वो किसी ने 10 रुपए क्यों लवेगा? गल तो समझती है। फिर जेड़ा ये कह दिंदा मेरे तो परमात्मा ने कराया, वो फिर झूठ बोलता है। बड़ी बड़ी परमात्मा जिंदगी में बड़ियां चीज़ां कर दिंदा, हुंदियां ने बड़ियां चीज़ां। मनुख फिर अंदरों तो यह सोचता है हो जाए, बाहरों कहता रहिंदा उहदा भाना है, अंदर मन की कहता रहिंदा होना चाहिए, तो बाहरों कहते चलो परमात्मा का हुक्म है उहदा भाना है। ये असल में भाना नहीं मन रहा, यदी मजबूरी है। हुण करे भी कि यही गल कहनी पेगी। जिमें लोंबड़ी अंगूरां नूं जांदी सी ना, उच्चे सन अंगूर, बड़ी 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 छाल मारी उन्हें, ना हाथ में आए, अंदरों की कह के चली गई अंगूर खट्टे ने। कारण क्यों कहे कि मूँह तो नहीं अपड़िया उतों तई। इवें मनुख अपनी जिंदगी दे विच जदों किसी चीज़ ते नहीं अपड़दा, फिर या तो उन्होंने भाना कह देगा या फिर उसकी निंदा करेगा, और नहीं कुछ नहीं होता। जे कोई व्यक्ति विदेश में जाना चाहता ना, मैं बड़ी बारी ये वेख्या, जे वह किते वीज़ा ना लगे बड़े यतन करे, फिर अंत में कहेगा नहीं कुछ नहीं है, उत्थे खराब ही है सारा काम। क्यों? पहुंचिया ही नहीं गया। हुण जे उन्होंने कोई विचों कह दे भी तेनों लैके जाना चाहुंदे, मिनट के तैयार भी हो जाएगा। मनुख असल दे विच भाना मनदा नहीं है, यदी मजबूरी बन जाती है। मनना नहीं, गल वखरी है। जेड़े भाना मनते हैं, गुरु अर्जन साहिब जी महाराज तत्ती तवी ते बैठे ने भाना मन के, भाई मती दास जी आरे थले बैठे ने भाना मन के। देखो मजबूरी नहीं है, उन्होंने कहा गया भी छड़ दो तुसी, अगर तुसी कबूल कर लेंदे हो इस्लाम नूं तुहानूं छड़ दिता जाएगा। कहंदे नहीं, असी बहना ही बहना है, मजबूरी नहीं, साडी सैल्फ इच्छा है। इस करके भाना मनना ते मजबूरी दोवें वखरियां चीज़ां ने। लोग मजबूरी नूं भाने का नाम दे देंदे ने, मजबूरी वखरी चीज़ है। महाराज कहते ने सुनत कमावत होत उधार, आप तरह लोकह निस्तार। गुरु के बचनों नूं जेड़ा आप कमाउंदा है, आप कमा के फिर दूजियां नूं भी दसदा है। आप तो तरदा ही तरदा है, होरां दा भी निस्तारा कर दिंदा है। आप तरह लोकह निस्तार। अपना तो वह भला हुंदा ही हुंदा है। आप उन्हें कमाया, फिर कमा के दूजियां नूं भी दिता, वंड के छकिया। जिन्होंने बन गए जिनी नाम ध्याया गए मसकत घाल, नानक ते मुख उजले केती छुटी ना। पता नहीं होर किन्नियां नूं परमात्मा के मार्ग ते जोड़िया ते उन्हां दी जीव आत्मा का भला कर दिता। पार का मतलब तो यही ना, जिन्होंने दूजियां नूं भी समझ दी भाई दुनिया के उत्ते सच कुछ नहीं है, ये समझ दी दूजियां। दूजियां नूं भी ये समझाना किता दुनिया ते किहड़े काम लई आए हो, ये समझाया।
अंत दे विच फिर महाराज ने सफल जीवन सफलता का संग जाके मन लागा हर रंग। बड़ी कमाल की गल महाराज कहते उन्हां दा जीवन सफल है ते उन्हां दे नाल रहना भी सफल है। किन्हां दे नाल? जिन्हां नूं हरी दा रंग लग गया है। आपां रोज़ अरदास दे विच कहने आ सही प्यारे मेल जिन्ना मिलिया तेरा नाम चेता। वे रोज़ मंगदे परमात्मा तो यही आ। बाकी अरदास से असीं बेनती करते हैं, ये अरदास रोज़ हुंदी है सही प्यारे मेल जिन्ना मिलिया तेरा नाम चेता वा। ये मंगते मंगते क्यों? क्योंकि परमात्मा अगर तुसीं चेते आउंदे हो, हे परमात्मा जदों तुसीं चेते आ जांदे फिर आनंद ही आनंद है जिंदगी विच। पर जिन्नू विसर जाता है वह मर जाता है। आखां जीवां विसरै मर जाओ। उन्होंने कहना उन्होंने याद करना जिंदगी है, उन्होंने विसर जाना मौत है। भावें मनुख दे कोल साह ते बाकी ने, भावें जवानी विच है साह हजे बाकी ने, पर जे परमात्मा चेते नहीं बाणी कहनी मर गया है। इस करके सियाणे लोग कहते हैं जिन्हें परमात्मा की बंदगी नहीं की जिस दिन वह संस्कार हो तो कहते अज मरिया। नहीं नहीं, बाणी कहती मर तो बड़े समय का गया सी, पता अज दुनिया में लगा है। इस करके गुरबाणी दो तरीके की मौत का जिक्र करती है। एक तो बाणी कहती है अत सुंदर कुलीन चतुर मुख ज्ञानी धनवंत मृतक कही है नानका जे प्रीत नहीं भगवंत। दुनिया में बड़ा चलाक भी होए, पैसे वाला भी होए, सुंदर भी होए, पंडित भी होए, विद्वान भी होए, 5 गुण ने सारे ही होने। जे रब की प्रीत नहीं फिर वह जिउंदा नहीं है, मर गया है। वो तो कदों का मरिया पिया है, पता अज लग्या। इस करके जिन्हों परमात्मा भुल गया, बाणी कहती वह मर चुकिया है। आखां जीवां विसरै मर जाओ। क्यों मर चुके है? क्योंकि उसकी जिंदगी दे विच हुण कुछ भी चंगा होने वाला नहीं। जिंदगी उहदी परेशानियां में चल रही है, मुर्दियां जिवें जिंदगी निकल रही है। जिवें मुर्दा हुंदा ना, मुर्दे नूं कोई पता नहीं वातावरण में की चल रहा। उहदे मूँह में जो पाओगे वह खा ले, मूँह में जो पाओगे वो उत्थे रह जाना। उन्होंने कोई पता नहीं मैं कित्थों आया कित्थे जाना, बस कोई पता नहीं। ताई तो मर चुके हैं। भगत लोग जिउंदे की ने, उन्होंने पता है कित्थों आए हैं, किन्ने सानू जन्म दिता है तो कित्थे जीव आत्मा जानी, उन्होंने ये पता है। वो जीव आत्मा के तल ते जिउंदे ने, आत्मा के तल ते जिउंदे ने। जिहड़ा मुर्दा हुंदा है वह शरीर के तल ते हुंदा है, भगत आत्मा के तल ते हुंदे ने। महाराज ने सफल जीवन सफलता का संग जाके मन लागा हर रंग जय जय शब्द अनाहद वाजै सुन सुन आनंद करे प्रभ गाजै। यानी उस दे हिरदे दे विच अंदर चढ़दी कला की जिहड़ी रोह है, अनहद जिहड़ा शब्द है वह वजदा रहिंदा है। एक तो शब्द हुंदे ने आहद, जिवें दो भांडियां नूं आपस में खड़काइए तो आवाज़ हुंदी है। एक शब्द होंदा है अनहद जिहड़ा आप ही वज रहा है, एक रस। जिवें कहना एक ओंकार, कार का मतलब होंदा है एक रस। हुण जिंदगी एक रसी हो गई, जिंदगी विच ना दुख है ना सुख है, एक रस आनंद ही आनंद। असीं कहने हैं एक ओंकार, जो परमात्मा एक रस व्यापक है, एक रस। हुण जिंदगी दे विच जिंदगी जिउ रहे हैं उहदे आनंद विच, उहदी रजा विच। दुख दे रहा तां भी उहदा शुक्र, सुख दे रहा उहदी मर्जी उहदी रजा। अगे महाराज कहंदे ने अंत दे विच ही कहंदे जिस नूं सुन के ਉਹ ਮਨੁੱਖ खुश ਹੁੰਦਾ है तो नाल दी नाल उस नूं परमात्मा दा रोशन नूर है जिहड़ा वो अपने अंदर नज़र आना शुरू हो जाता है। प्रगटे गोपाल महांत माथे, कहते गोपाल प्रभु जी उच्ची करने वाले बंदे दे मत्थे उत्ते प्रगट हो जाते हैं। नानक उधरे तिन कै साथे, उसका जिहड़ा मत्था है वो बड़ा ही प्रभावशाली हो जाता है। शरीरिक लक्षण की गल महाराज ने की है। इस करके सियाणे लोग कहते हैं, असीं बड़ी बारी वेखते हैं कई लोग किसी का हथ नहीं वेखते,
ਮੱਥਾ ਵੇਖ ਕੇ ਦੱਸ ਦਿੰਦੇ ਨੇ। ਮੱਥੇ ਦੇ ਇੱਕ ਆਪਣੇ ਲੱਛਣ ਨੇ। ਇਸ ਕਰਕੇ ਕਿਸੇ ਦੀ ਚਿੰਤਾ ਦੇ ਵਿੱਚ, ਕਿੰਨੇ ਚਿੰਤਾ ਵਿੱਚ ਜੀ ਰਿਹਾ, ਉਹਦੇ ਮੱਥੇ ਤੋਂ ਪਤਾ ਲੱਗ ਜਾਂਦਾ ਹੈ। ਬਾਣੀ ਦੇ ਵਿੱਚ ਹੀ ਮਹਾਰਾਜ ਬੜੀ ਵਾਰੀ ਮੱਥਾ ਸ਼ਬਦ ਆਇਆ, ਧੁਰ ਮਸਤਕ ਭਾਗ ਬੜੀ ਵਾਰੀ ਸ਼ਬਦ ਆਇਆ। ਉਸ ਦੇ ਮੱਥੇ ਤੋਂ ਹੀ ਪਤਾ ਲੱਗ ਜਾਂਦਾ ਹੈ ਦੁਨੀਆ ਦੇ ਵਿੱਚ ਕੀ ਕਰ ਰਿਹਾ, ਕਿੰਨੀ ਚਿੰਤਾ ਵਿੱਚ ਜੀ ਰਿਹਾ, ਕਿਹੜੇ ਝੋਰੇ ਵਿੱਚ ਜੀ ਰਿਹਾ। ਐਸੇ ਗਿਆਨੀ ਲੋਕ ਹੁੰਦੇ ਨੇ। ਮਹਾਰਾਜ ਕੇ ਨਾਨਕ ਉਧਰੇ ਤਿੰਨ ਕੈ ਸਾਥੇ, ਉਹਨਾਂ ਦੀ ਸਾਥ ਦੇ ਵਿੱਚ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਸ ਦੁਨੀਆ ਤੋਂ ਪਾਰ ਹੋ ਜਾਂਦਾ ਹੈ, ਭਵ ਸਾਗਰ ਤੋਂ ਪਾਰ ਹੋ ਜਾਂਦਾ। ਕੌਣ ਪਾਰ ਹੋ ਜਾਂਦਾ ਹੈ? ਉਹਦੀ ਸੁਰਤ। ਸਰੀਰ ਨਹੀਂ, ਸਰੀਰ ਦੇ ਵਿੱਚ ਹੀ ਰਹਿਣਾ ਹੈ। ਸਰੀਰ ਨੇ ਪਾਰ ਨਹੀਂ ਹੋਣਾ, ਸੁਰਤ ਨੇ ਪਾਰ ਹੋ ਜਾਣਾ ਹੈ। ਔਰ ਇਹ ਸਾਰਾ ਮਾਰਗ ਸੁਰਤ ਦਾ ਹੀ ਹੈ। ਸਰੀਰ ਤੇ ਇੱਕ ਯੰਤਰ ਹੈ ਜਿਹਦੇ ਨਾਲ ਅਸੀਂ ਸੁਣ ਸਕਦੇ ਹਾਂ, ਵੇਖ ਸਕਦੇ ਹਾਂ ਤੇ ਪੜ੍ਹ ਸਕਦੇ ਹਾਂ। ਪਾਰ ਹੋਣਾ ਹੈ ਸੁਰਤ ਨੇ। ਜਿਵੇਂ ਹਜੇ ਤਾਈਂ ਸੁਰਤ ਫਸੀ ਹੋਈ ਹੈ ਕਿਸੇ ਨਾ ਕਿਸੇ ਰਸ ਵਿੱਚ, ਕਾਮ ਦੇ ਰਸ ਵਿੱਚ, ਲੋਭ ਦੇ ਰਸ ਵਿੱਚ, ਮੋਹ ਦੇ ਰਸ ਵਿੱਚ। ਫਿਰ ਉਸੇ ਰਸ ਦੀ ਚਿੰਤਾ ਹੈ ਵੀ ਕਿਤੇ ਮੇਰੇ ਤੋਂ ਇਹ ਚੱਲਿਆ ਨਾ ਜਾਏ, ਬਸ ਉਹਦੀ ਚਿੰਤਾ ਹੈ। ਫਿਰ ਨਾਮ ਰਸ ਦੇ ਵਿੱਚ ਕਈ ਜੁੜ ਜਾਂਦੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਕੱਲ੍ਹ ਨੂੰ ਫਿਰ ਅਸੀਂ ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਪਰਮਾਤਮਾ ਦੀ ਸ਼ਰਨ ਵਿੱਚ ਆਏ, ਫਿਰ ਉਹਨੇ ਆਪਣੇ ਬਿਰਧ ਨੂੰ ਰੱਖਿਆ ਕਿ ਉਹਨੇ ਸਾਨੂੰ ਕਿਰਪਾ ਕੀਤੀ ਮਨੁੱਖ 'ਤੇ। ਇਸ ਕਰਕੇ ਬੜੇ ਲੋਕ ਕਹਿੰਦੇ ਨੇ ਪਰਮਾਤਮਾ ਤੂੰ ਕਿਰਪਾ ਕਰ। ਕਿਰਪਾ ਉਸੇ ਦਿਨ ਹੋਣੀ ਹੈ ਜਿੱਦਣ ਤੁਰਿਆ ਜਾਣਾ ਹੈ। ਬੈਠਿਆਂ ਕਿਰਪਾ ਨਹੀਂ ਹੋਣੀ, ਮਾਰਗ 'ਤੇ ਤੁਰਨਾ ਪੈਂਦਾ ਹੈ। ਚਲਦਿਆਂ ਚਲਦਿਆਂ ਮਨੁੱਖ 'ਤੇ ਕਿਰਪਾ ਹੋ ਜਾਂਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਗੁਰੂ ਜੀ ਕਿਰਪਾ ਕਰਨ, ਜਿੰਨੇ ਸਤਸੰਗੀ ਆ ਪਾਉਂਦੇ ਹੋ ਸਾਰਿਆਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ। ਘਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।